ਸਤਿ ਸ੍ਰੀ ਅਕਾਲ। ਪਿਛਲੀ ਕੜੀ ਵਿੱਚ ਕੁਝ ਗੱਲਾਂ ਪੇਟ ਦੀਆਂ ਬਿਮਾਰੀਆਂ ਉੱਤੇ ਦੱਸੀਆਂ ਸੀ। ਹਾਈਪਰ ਐਸਿਡਿਟੀ ਔਰ ਉਹ ਵੱਧ ਜਾਣਾ, ਐਸਿਡ ਦਾ ਵੱਧ ਜਾਣਾ, ਹਾਈਡਰੋਕਲੋਰਿਕ ਐਸਿਡ ਵੱਧ ਜਾਂਦੀ। ਜਦੋਂ ਵੱਧ ਜਾਂਦੀ ਹੈ ਤਾਂ ਉਹ ਝਿੱਲੀ ਨੂੰ ਰਪਚਰ ਕਰਕੇ ਉੱਤੇ ਆਉਂਦੀ। ਜਦੋਂ ਵੱਧਦੀ ਜਾਂਦੀ ਹੈ ਤਾਂ ਉਸ ਤੋਂ ਮਗਰੋਂ ਗੈਸਟਰਾਈਟਿਸ ਹੁੰਦਾ, ਪੇਟ ਦੀ ਸੋਜਸ਼ ਹੁੰਦੀ ਹੈ, ਮੈਦੇ ਦੀ ਸੋਜਸ਼ ਹੁੰਦੀ ਹੈ। ਔਰ ਉਸ ਤੋਂ ਮਗਰੋਂ ਅਸੀਂ ਕੀ ਦੇਖਦੇ ਹਾਂ ਕਿ ਉਹ ਬਿਮਾਰੀ ਅੱਗੇ ਵੱਧ ਜਾਂਦੀ ਹੈ। ਉਹਨੂੰ ਡੀਅਰ ਅਲਸਰ ਕਹਿੰਦੇ ਨੇ। ਉਹ ਅਲਸਰ ਹੋ ਜਾਂਦਾ ਹੈ। ਅਲਸਰ ਜੇ ਉਹਨੂੰ ਨਾ ਟਰੀਟ ਕੀਤਾ ਜਾਵੇ, ਨਾ ਡਾਈਟ ਦੇ ਉੱਤੇ ਧਿਆਨ ਦਿੱਤਾ ਜਾਵੇ, ਖੁਰਾਕ ਦੇ ਉੱਤੇ ਨਾ ਧਿਆਨ ਦਿੱਤਾ ਜਾਵੇ ਤਾਂ ਉਹ ਵੱਧ ਜਾਂਦਾ ਹੈ। ਔਰ ਅਚਾਨਕ ਕੀ ਹੁੰਦਾ ਹੈ ਕਿ ਉਹ ਇੱਕ ਦਿਨ ਇਸ ਤਰ੍ਹਾਂ ਹੁੰਦਾ ਹੈ, ਕਿਉਂਕਿ ਅਸੀਂ ਤਲੀਆਂ ਵਾਲੀਆਂ ਚੀਜ਼ਾਂ ਨਹੀਂ ਛੱਡਦੇ। ਮੈਂ ਇਹ ਦੇਖਿਆ ਕਿ ਲਾਲ ਮਿਰਚਾਂ ਲੈ ਕਰਕੇ ਉਹਦੇ ਨਾਲ ਲੋਕ ਉਸ ਦਾ ਆਨੰਦ ਲੈਂਦੇ ਆ। ਪਰ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਉਹਦੇ ਨਾਲੋਂ ਅਲਸਰ ਵੱਧਦਾ ਜਾਂਦਾ ਔਰ ਇੱਕ ਦਿਨ ਕੀ ਹੁੰਦਾ ਹੈ, ਉਹ ਪਰਫੋਰੇਟ ਹੋ ਜਾਂਦਾ। ਪਰਫੋਰੇਟ ਹੁੰਦਾ ਹੈ ਮਤਲਬ ਫੁੱਟ ਜਾਂਦਾ ਹੈ। ਔਰ ਉਹ ਅਗਰ ਉਸ ਦਾ ਉਸ ਟਾਈਮ ਆਪਰੇਸ਼ਨ ਨਾ ਕੀਤਾ ਜਾਵੇ ਤਾਂ ਬਿਮਾਰ ਦੀ ਮੌਤ ਬਹੁਤ ਛੇਤੀ ਹੋ ਜਾਂਦੀ ਹੈ। ਤਾਂ ਅੱਜ ਆਪਾਂ ਗੱਲ ਕਰੀਏ ਕਿਸ ਦੇ ਉੱਪਰ? ਆਪਾਂ ਆਪਣੀ ਡਾਈਟ ਦੇ ਉੱਤੇ ਗੱਲ ਕਰੀਏ ਕਿ ਸਾਡੇ ਪਾਸ ਕੀ ਚੀਜ਼ਾਂ, 4 ਚੀਜ਼ਾਂ ਸਾਡੇ ਪਾਸ ਹੋਣੀਆਂ ਚਾਹੀਦੀਆਂ। 4 ਗੱਲਾਂ ਦੇ ਉੱਤੇ ਧਿਆਨ ਹੋਵੇ। ਆਚਾਰ, ਵਿਚਾਰ, ਆਹਾਰ और व्यवहार। आचार माना आचरण, विचार माना साड़ी सोच जिहड़ी है वो पॉजिटिव होवे। इहदा कनैक्शन साड़ी सेहत नाल है और साडे पेट दे नाल है। जे बंदा इहदे अंदर टेंशन आउंदी है तां वो तेजाबी मादा भी नाल नाल वधदा है। तो इस वास्ते अपने विचारां नूं कंट्रोल करना बहुत ज़रूरी है। और तीजी चीज़ है आहार। आहार माना डाइट, खुराक। उसके अंदर की होना चाहिए? उसके अंदर कैलरीज गए कि जे कोई बंदा हार्ड वर्क करता है, जिस तरह कोई मजदूर है, तो वो बंदे नूं ज़्यादा कैलरी की लोड़ पैंदी है। कैलरी की चीज़ है? ये एक एनर्जी है और ये अंदर 3 चीज़ां हैं, प्रोटीन, कार्बोहाइड्रेट मिठियां चीज़ां, प्रोटीन और तीजी चीज़ हैगी फैट, चर्बी। और 1 ग्राम फैट दे विच 9 कैलरियां होंदियां, 1 ग्राम प्रोटीन दे विच 4 कैलरियां होंदियां, 1 ग्राम कार्बोहाइड्रेट दे विच 4 कैलरियां। जे बंदा हल्का काम करता है, कुछ भी नहीं करता, वो रेस्ट करता है, तो मैं कहना कि उन्होंने 15 तो लैके 1700 कैलरी तक जरूरत पैंदी। ਉਹ ਆਪਣੇ ਖਾਣੇ ਨੂੰ ਉਸ ਢੰਗ ਨਾਲ ਲੈਵੇ। ਉਹਦੇ ਵਿੱਚ ਕੀ ਚੀਜ਼ ਹੋਣੀ ਚਾਹੀਦੀ ਹੈ? ਉਹਦੇ ਵਿੱਚ ਰੇਸ਼ੇਦਾਰ ਚੀਜ਼ਾਂ ਜ਼ਿਆਦਾ ਹੋਣ, ਜਿਹਦੇ ਵਿੱਚ ਰਫੇਸ ਵੀ ਹੋਵੇ। ਕਿਉਂਕਿ ਜਿਹੜੀਆਂ ਸਾਡੀਆਂ ਆਂਤੜੀਆਂ ਹੈ ਉਹ ਸਮਝੋ 5 ਫੁੱਟ ਤੇ 22 ਫੁੱਟ, ਉਹਨਾਂ ਦੇ ਵਿੱਚ ਇੱਕ ਹਰਕਤ ਚੱਲਦੀ ਰਹਿੰਦੀ ਹੈ, ਉਹ ਹਰਕਤ ਕਰਦੀਆਂ ਰਹਿੰਦੀਆਂ। ਪਰ ਜੇ ਅਸੀਂ ਉਹ ਚੀਜ਼ਾਂ ਨਹੀਂ ਖਾਂਦੇ ਰੇਸ਼ੇਦਾਰ, ਜਾਂ ਅਸੀਂ ਜਿਸ ਤਰ੍ਹਾਂ ਕਿ ਗਾਜਰ ਹੋਈ ਔਰ ਗੋਭੀ ਹੋਈ ਔਰ ਇਸ ਤਰ੍ਹਾਂ ਹੀ ਗੰਢ ਗੋਭੀ ਹੋਈ ਔਰ ਇਸ ਤਰ੍ਹਾਂ ਦੇ ਕਈ ਹੋਰ ਸਬਜ਼ੀਆਂ, ਗ੍ਰੀਨ ਵੈਜੀਟੇਬਲ ਹੋਈਆਂ, ਉਹ ਹਰੀਆਂ ਸਬਜ਼ੀਆਂ, ਔਰ ਉਹਦੇ ਨਾਲ ਫਿਰ ਸਲਾਦ ਹੋਇਆ, ਕੱਕੜੀ ਹੋਈ, ਇਹ ਚੀਜ਼ਾਂ ਹੋਈਆਂ, ਇਹ ਸਾਡੇ ਪੇਟ ਨੂੰ ਤੇ ਸਾਡੀਆਂ ਆਂਤੜੀਆਂ ਨੂੰ ਉਹ ਹਰਕਤ ਕਰਦੀਆਂ ਰਹਿੰਦੀਆਂ। ਉਹ ਮੂਮੈਂਟਸ ਨੂੰ ਅਸੀਂ ਕਹਿੰਦੇ ਹਾਂ ਪੈਰੀਸਟੈਲਟਿਕ ਮੂਮੈਂਟਸ, ਕਿ ਜਿਹੜੀਆਂ ਕਿ ਅੱਗੇ ਦੀ ਅੱਗੇ ਚੱਲਦੀਆਂ ਰਹਿੰਦੀਆਂ ਔਰ ਅੱਗੇ ਅੱਗੇ ਸਾਡਾ ਖਾਣਾ ਹਜਮ ਹੁੰਦਾ ਜਾਂਦਾ ਹੈ। ਆਖਰ ਉਹ ਖਾਣਾ ਕਿੱਥੇ ਪਹੁੰਚਦਾ ਹੈ ਔਰ ਉਹਦੀ ਰਫੇਜ਼ ਬਣ ਕਰਕੇ ਉਹ ਆਂਤੜੀਆਂ ਵਿੱਚ ਪਹੁੰਚ ਜਾਂਦਾ, ਜਿਹਨੂੰ ਅਸੀਂ ਲਾਰਜ ਇੰਟੈਸਟਾਈਨਸ, ਵੱਡੀ ਆਂਤੜੀ ਕਹਿੰਦੇ ਹਾਂ। ਤਾਂ ਉਸ ਤੋਂ ਮਗਰੋਂ ਉਹ ਵਾਰ ਖਤਮ ਹੋ ਜਾਂਦਾ ਹੈ, ਕਿਉਂਕਿ ਉਹ ਸਾਡਾ ਅੰਦਰ ਦਾ ਜੋ ਹਜਮ ਹੋਇਆ, ਖੁਰਾਕ ਤਾਂ ਸਰੀਰ ਚਲੀ ਗਈ, ਖੁਰਾਕ ਦਾ ਰਸ ਜਿਹੜਾ ਸੀ ਉਹ ਸਾਡੇ ਖੂਨ ਵਿੱਚ ਚਲਾ ਗਿਆ, ਪਰ ਜਿਹੜਾ ਰਫੇਜ਼ ਸੀਗਾ, ਜਿਹੜਾ ਉਹ ਚੀਜ਼ ਸੀ, ਉਹ ਸਾਡੀ ਬਾਹਰ ਚਲੀ ਗਈ। ਇਸ ਤਰ੍ਹਾਂ ਹੀ ਗੁਰਦਾ ਹੈ। ਜੇ ਅਸੀਂ ਪਾਣੀ ਪੀਂਦੇ ਰਹਿੰਦੇ ਹਾਂ
और ज़्यादा पानी पीना, हर घंटे मगरों एक गिलास छोटा पानी का लेना जरूरी है। तो साडा जिहड़ी गुर्दा है वो गुर्दा भी साडा फ्लश करता रहता, वो साफ होंदा रहता है। जे असी पानी ही नहीं पींदे सारा दिन और उस दे नाल साडे जिहड़े गुर्दियां दे सैल है जिन्हों नैफ्रोन्स कहते हैं वो जिहड़े नगे वो डैमेज होने शुरू हो जाते। अजकल आप देखते हाँ कि पहला ये बीमारी गुर्दियां दी है नहीं सी, पर दिन प्रति दिन की होया अज दे युग विच सब तो वध बीमारियां जड़ियां है वो गुर्दे दियां है। गुर्दे दे उपर की होया, एक चीज़ ये हुई कि जड़ियां असी मैडिसन लै रहे हैं, कुछ मैडिसन जड़ियां ने गुर्दे उत्ते असर करदियां, उन्होंने नैफ्राइटिस कह देंगे कि साढ़े जिहड़े गुर्दे है वो जख्मी हो जाते हैं और वो वहाँ वो करना शुरू कर देंगे। तो इस तरह ही ये चीज़ है कि बंदे का जिहड़ा बाथरूम है वो घट जाता है। बाहर जड़ियाँ शरीर के अंदर कैमिकल्स होंदे ने वो कैमिकल्स की है, वो कैमिकल्स नैगेटिव कैमिकल्स गंदियाँ चीज़ां पेशाब रस्ते बाहर हो जाती। और दूजी चीज़ ये है कि ये होर एक चीज़ का कनैक्शन है जिन्हों आप अलग लवांगे, वो ये है कि अजकल ज़्यादातर रोग जोड़े है वो मधुमेह की बीमारी जिन्हों असी डायबिटीज़ कहने वो भी वध रही है। वो क्यों वध रही है? उसका भी कनैक्शन पेट नाल ही है और साढ़े खाने नाल भी है, क्योंकि जड़ियाँ चीज़ां असी खाने वो चीज़ां मिठियां, पर जिहड़ी साढ़े अंदर एक गाजर की तरह एक साढ़े अंदर ग्रंथी है, पेट नूं जे पेट ते हथ रखिए साढ़े पंजे की तरह ही वो है, ਉਹਦੇ अंदरों एक रस निकलता है जिन्हों असी इंसुलिन कहते हैं। वो जिहड़ी साडी शुगर खून दे विच जांदी है वो शुगर नूं वो किनारे ला दिंदी। किनारे कित्थे लाउंदी है? किनारे लाउंदी है साडे मसल, साडे जिहड़े शरीर दे पट्ठे है मसल पट्ठे, उन्हां नूं जरूरत है इस शुगर की। पर की हुंदा है कि ना तो असी एक्सरसाइज करते हैं, कसरत कदरत भी नहीं करते, तो ਉਹਦੇ ਨਾਲ की होया कि वो खून ਵਿੱਚ ਵਧਣੀ शुरू हो जाती है। और दूजे पासे की होया कि ਜਿਹੜਾ ਗਲੈਂਡ है वो ਗਲੈਂਡ वो रस ਨੂੰ ਕੱਢਣਾ बंद कर ਦਿੰਦਾ, ਜਿਹਨੂੰ ਅਸੀਂ इंसुलिन ਕਹਿੰਦੇ हैं। क्योंकि इंसुलिन आना जरूरी है और वो इंसुलिन शुगर ਨੂੰ कंट्रोल करती है। और ਜਦੋਂ ਅਸੀਂ शुगर ज़्यादा ले ਲੈਂਦੇ और उधरों पैंक्रीअस की बीमारी जिहड़ी है वो वध जाती है, तो फिर ਉਹਦਾ की हुंदा है कि वो शुगर साडी खून विच जाती। और जिहड़ी नॉर्मल शुगर हैगी जिन्हों असीं कह दिंदे हां कि खाली पेट निरने कालजे, वो शुगर का रेट जिहड़ा है वो 70 तो लैके 70 तो लैके 100 तक नॉर्मल हुंदा है। पर दूसरा जिहड़ा हैगा वो ब्रेकफास्ट करके फिर असी टेस्ट कराने, वो टेस्ट जिहड़ा हैगा वो 100 तो लैके 140 तक नॉर्मल है। जे ये ठीक इस तरह रहिंदा है तो साडा जिहड़ा ग्लैंड है वो ठीक काम कर रहा है। और दूसरी चीज़ ये है कि असी एक्सरसाइज करिए। इन्हां मरीज़ां नूं एक्सरसाइज की ज़्यादा लोड़ है, हर पट्ठे की ज़्यादा ज़रूरत है वो एक्टिव हो जाए और असी वॉक करिए और बिल्कुल साइलेंट एकदम चुप रह करके 4-5 किलोमीटर फास्ट पैदल चलो, ताकि वो साढ़े पट्ठे उस शुगर नूं खिंच लैण और तकरीबन 25% तो लैके 50% तक शुगर उन्हां नाल ही कंट्रोल हो जाती। तुहानूं मैडिसिन लैण की लोड़ नहीं पएगी। पर जदों ये वध जाए तो पहला असी ओरल मैडिसन शुरू करते हैं। ओरल मैडिसन का मतलब की है? ओरल मैडिसन का मतलब है कि मुख द्वारा गोलियां खाने, वो खाने के नाल ली जाती। तो पर एक चीज़ जरूर है कि इन्हां चीज़ों तो असी कुछ दूर हो गए, क्योंकि ये बीमारी दुख नहीं दिंदी है और इस दे अंदर कोई किसी नूं प्रॉब्लम नहीं आउंदी।
ਪਰ ਇੱਕ ਚੀਜ਼ ਜ਼ਰੂਰ ਹੈ, ਜਦੋਂ ਇਹ ਵੱਧ ਜਾਂਦੀ ਹੈ ਤਾਂ ਗੁਰਦੇ ਦੇ ਉੱਤੇ ਵੀ ਅਸਰ ਕਰਦੀ ਹੈ, ਹਾਰਟ ਦੀਆਂ ਬਿਮਾਰੀਆਂ ਵੀ ਇਹਦੇ ਨਾਲ ਹੁੰਦੀਆਂ, ਔਰ ਬ੍ਰੇਨ ਦੇ ਉੱਤੇ ਵੀ ਇਹਦੇ ਨਾਲ ਇਫੈਕਟ ਹੁੰਦਾ ਹੈ। ਤਾਂ ਅਨੇਕ ਬਿਮਾਰੀਆਂ ਜਿਹੜੀਆਂ ਨੇਗੀਆਂ, ਉਹ ਸ਼ੂਗਰ ਇੱਕ ਨਹੀਂ, ਸਾਡੀਆਂ ਅੱਖਾਂ ਦੇ ਉੱਤੇ ਅਚਾਨਕ ਸਾਡੀ ਵਧੀ ਹੋਈ ਸ਼ੂਗਰ ਸਾਡੀ ਨਜ਼ਰ ਨੂੰ ਬੰਦ ਕਰ ਸਕਦੀ ਹੈ। ਤਾਂ ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਅਸੀਂ ਸੀਰੀਅਸ ਲਈਏ। ਜੇ ਕਿਸੇ ਵੀ ਭਰਾ ਨੂੰ, ਕਿਸੇ ਭੈਣ ਨੂੰ ਇਹ ਸ਼ੂਗਰ ਟੈਸਟ ਨਹੀਂ ਕਰਾਈ ਤਾਂ ਉਹਨੂੰ ਇੱਕ ਵਾਰੀ ਸ਼ੂਗਰ ਜ਼ਰੂਰ ਟੈਸਟ ਕਰਾ ਲੈਣੀ ਚਾਹੀਦੀ, ਤਾਂ ਕਿ ਉਹਨੂੰ ਇਹ ਪਤਾ ਲੱਗੇ ਕਿ ਮੈਨੂੰ ਇਹ ਬਿਮਾਰੀ ਹੈ, ਤਾਂ ਉਹ ਇੱਕ ਗੋਲੀ ਰੋਜ਼ ਸ਼ੁਰੂ ਕਰੇ, ਤਾਂ ਉਹਦੇ ਨਾਲ ਉਹ ਰੈਗੂਲੇਟ ਰਹਿੰਦੀ ਹੈ, ਕੰਟਰੋਲ ਰਹਿੰਦੀ ਹੈ। ਇਸ ਤਰ੍ਹਾਂ ਹੀ ਇਹ ਚੀਜ਼ਾਂ ਹੈਗੀਆਂ ਕਿ ਸਾਡੇ ਆਹਾਰ ਦੇ ਵਿੱਚ ਚਾਵਲ, ਚਪਾਤੀ, ਔਰ ਦੂਸਰੀ ਚੀਜ਼ ਇਹ ਹੈ ਕਿ ਜੇ ਅਸੀਂ ਦਾਲਾਂ ਦਾ ਵੱਧ ਪ੍ਰਯੋਗ ਕਰਦੇ ਹਾਂ ਨਾ, ਤਾਂ ਸਾਨੂੰ ਇੱਕ ਪ੍ਰੋਬਲਮ ਆ ਜਾਂਦੀ ਹੈ ਕਿ ਸਾਡੀ ਯੂਰਿਕ ਐਸਿਡ ਵੀ ਵੱਧ ਜਾਂਦੀ ਹੈ, ਕਿਉਂਕਿ ਜਿਹੜੀ ਪ੍ਰੋਟੀਨ ਹੈ ਇਹ ਦਾਲਾਂ ਵਿੱਚ ਜ਼ਿਆਦਾ ਹੁੰਦੀ ਹੈ, ਔਰ ਇਹ ਪਨੀਰ ਵਿੱਚ ਵੀ ਵੱਧ ਹੁੰਦੀ ਹੈ। ਪਰ ਇਹ ਚੀਜ਼ਾਂ ਜਿਹੜੀਆਂ ਨੇਗੀਆਂ ਪਨੀਰ ਵਿੱਚੋਂ, ਤੇ ਇਹ ਚੀਜ਼ਾਂ ਇਹਨੂੰ ਉਹ ਹਜਮ ਕਰਕੇ ਉਹਦੇ ਐਂਡ ਪ੍ਰੋਡਕਟਸ ਜਿਹੜੇ ਹੋਣਗੇ, ਉਹਦਾ ਜਿਹੜਾ ਆਖਰੀ ਚੀਜ਼ ਹੈ ਉਹ ਸਾਡੇ ਜੋੜਾਂ ਵਿੱਚ ਚਲਾ ਜਾਂਦਾ ਹੈ, ਜਿਹਨੂੰ ਇਹ ਕਹਿੰਦੇ ਆ ਜਿਹਦੀ ਯੂਰਿਕ ਐਸਿਡ ਵੱਧ ਗਈ ਔਰ ਉਹ ਤਕਰੀਬਨ 5.5 ਤੱਕ ਨਾਰਮਲੀ ਰਹੇ ਤਾਂ ਠੀਕ ਹੈ। ਜੇ ਉਹ 7 ਤੋਂ ਲੈ ਕੇ 10, 8, 9 ਹੋ ਜਾਂਦੀ ਹੈ ਤਾਂ ਸਾਨੂੰ ਮੈਡੀਸਨ ਦੀ ਲੋੜ ਪੈਂਦੀ ਹੈ, ਕਿਉਂਕਿ ਸਾਡੇ ਅੰਗਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਔਰ ਸਾਡੇ ਜੋੜਾਂ ਦੇ ਵਿੱਚ ਜਿਹੜੀ ਹੈ ਉਹ ਜ਼ਿਆਦਾ ਦਰਦ ਹੁੰਦਾ ਹੈ। ਤਾਂ ਗਠੀਆ ਅਲੱਗ ਚੀਜ਼ ਹੈ ਉਹ ਬਿਮਾਰੀ ਦੂਸਰੀ ਹੈ। ਪਰ ਜਿਹੜੀ ਯੂਰਿਕ ਐਸਿਡ ਹੈ ਇਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਕਿ ਦਾਲਾਂ ਨੂੰ ਘੱਟ ਕਰਕੇ ਹਰੀ ਸਬਜ਼ੀਆਂ ਦਾ ਪ੍ਰਯੋਗ ਜ਼ਿਆਦਾ ਕਰੀਏ। ਔਰ ਹਮੇਸ਼ਾ ਹੀ ਯਾਦ ਰੱਖੋ ਕਿ ਤੁਸੀਂ ਨਾਸ਼ਤੇ ਵਿੱਚ, ਜੇ ਤੁਸੀਂ ਕੋਈ ਕੰਮ ਨਹੀਂ ਕਰਨਾ ਤਾਂ ਤੁਸੀਂ ਲਾਈਟ ਨਾਸ਼ਤਾ ਲਓ, ਔਰ ਦੁਪਹਿਰ ਦੇ ਖਾਣੇ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਤਕਰੀਬਨ, ਜੇ ਤੁਸੀਂ ਬਿਲਕੁਲ ਤੁਹਾਡਾ ਜੀਵਨ ਸ਼ੈਲੀ, ਤੁਹਾਡਾ ਲਾਈਫ ਸਟਾਈਲ ਨਾਰਮਲੀ ਹੈ ਤਾਂ ਤੁਹਾਨੂੰ ਬਿਲਕੁਲ ਹਲਕਾ ਲੰਚ ਲਓ, ਦੁਪਹਿਰ ਦਾ ਭੋਜਨ ਲਓ, ਔਰ ਸ਼ਾਮ ਨੂੰ ਸੌਣ ਲੱਗੇ, ਔਰ ਖਾਸ ਕਰਕੇ ਯਾਦ ਰੱਖੋ 50 ਸਾਲ ਦੀ ਆਯੂ ਤੋਂ ਮਗਰੋਂ ਬਿਲਕੁਲ ਹੀ ਹਲਕੀ ਚੀਜ਼ ਲਓ, ਔਰ ਉਹਦੇ ਵਿੱਚ ਇੱਕ ਅੱਧੀ ਚਪਾਤੀ ਹੋਵੇ ਜਾਂ ਥੋੜ੍ਹੀ ਜਿਹੀ ਚਾਵਲ ਹੋ, ਜਿਸ ਤਰ੍ਹਾਂ ਦਾ ਵੀ ਇਹ ਚੀਜ਼ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਪੈਂਦੇ ਹਾਂ, ਸੌਂ ਜਾਂਦੇ ਹਾਂ, ਤਾਂ ਸਾਡਾ ਉਸ ਖਾਣੇ ਦਾ ਅਸਰ ਸਾਡੇ ਹਾਰਟ 'ਤੇ ਹੁੰਦਾ ਹੈ, ਔਰ ਉਮਰ ਦੇ ਲਿਹਾਜ਼ ਨਾਲ 60 ਤੋਂ ਉੱਪਰ ਜਾ ਕਰਕੇ 70-80 ਤੱਕ ਸਾਨੂੰ ਹਾਰਟ ਦੀ ਪ੍ਰੋਬਲਮ ਰਾਤ ਨੂੰ ਆ ਸਕਦੀ ਹੈ। ਅਕਸਰ ਕਰਕੇ ਇਹ ਅਟੈਕ ਜਿਹੜੇ ਹੈ ਉਹ ਸਵੇਰੇ ਦੇ ਟਾਈਮ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ੁਰੂ ਹੁੰਦੇ ਹਨ। ਤਾਂ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ, ਆਪਣੀ ਖੁਰਾਕ ਨੂੰ ਨਾਰਮਲ ਰੱਖੀਏ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੋਂ ਛੁੱਟੀ ਚਾਹੁੰਦਾ ਹਾਂ। ਸਤਿ ਸ੍ਰੀ ਅਕਾਲ।